ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਾਗਦੀ ਜੋਤ ਸਰਬ ਕਲਾ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਉਚਾਰ ਆਰੰਭ ਕੀਤੀ ਹੋਈ ਹੈ, ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਆਪਾਂ 183 ਅੰਗ ਤੱਕ ਦੀ ਵਿਚਾਰ ਕਰ ਚੁੱਕੇ ਹਾਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਜ ਆਪਾਂ 184 ਅੰਗ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਬਲ ਬਖਸ਼ਣ, ਨਦਰ ਕਰਨ। ਕੀ ਕਹਿ ਰਹੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 184 ਅੰਗ 'ਤੇ ਜਨ ਕੀ ਟੇਕ ਏਕ ਗੋਪਾਲ। ਇੱਕ ਗੋਪਾਲ ਪ੍ਰਭੂ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਏਕਾ ਲਿਵ ਏਕੋ ਮਨ ਭਾਓ। ਗੁਰੂ ਦੀ ਸ਼ਰਨ ਆਏ ਮਨੁੱਖ ਨੂੰ ਇੱਕ ਪਰਮਾਤਮਾ ਦੀ ਹੀ ਲਗਨ ਲੱਗ ਜਾਂਦੀ ਹੈ। ਉਸ ਦੇ ਮਨ ਵਿੱਚ ਇੱਕ ਪਰਮਾਤਮਾ ਦਾ ਹੀ ਪਿਆਰ ਟਿਕ ਜਾਂਦਾ ਹੈ। ਸਰਬ ਨਿਧਾਨ ਜਨ ਕੈ ਹਰਿ ਨਾਉ। ਸੇਵਕ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੀ ਦੁਨੀਆ ਦੇ ਸਾਰੇ ਖਜ਼ਾਨੇ ਬਣ ਜਾਂਦਾ ਹੈ। ਪਾਰ ਬ੍ਰਹਮ ਸਿਉ ਲਾਗੀ ਪ੍ਰੀਤ। ਉਸ ਦੀ ਪ੍ਰੀਤ ਪਰਮਾਤਮਾ ਨਾਲ ਪੱਕੀ ਬਣ ਜਾਂਦੀ ਹੈ। ਨਿਰਮਲ ਕਰਨੀ ਸਾਚੀ ਰੀਤ। ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ਉਸ ਦੀ ਜੀਵਨ ਮਰਿਆਦਾ ਵਿਕਾਰਾਂ ਦੇ ਹੱਲਿਆਂ ਵੱਲੋਂ ਅਡੋਲ ਹੋ ਜਾਂਦੀ ਹੈ, ਭਾਵ ਬਚ ਜਾਂਦੀ ਹੈ। ਵਿਕਾਰਾਂ ਦਾ ਖਲਾਸੀ ਪਾ ਲੈਂਦਾ ਹੈ, ਵਿਕਾਰਾਂ ਤੋਂ ਬਚ ਜਾਂਦਾ ਹੈ। ਗੁਰ ਕਿਰਪਾ ਗੁਰ ਪੂਰੇ ਮੇਟਿਆ ਅੰਧਿਆਰਾ। ਪਰਮਾਤਮਾ ਦੀ ਮਿਹਰ ਨਾਲ, ਨਦਰ ਨਾਲ ਪੂਰੇ ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਕਰ ਦਿੱਤਾ ਹੈ, ਭਾਵ ਮਾਇਆ ਤੋਂ ਖਲਾਸੀ ਦਵਾ ਦਿੱਤੀ ਹੈ। ਨਾਨਕ ਕਾ ਪ੍ਰਭ ਅਪਰ ਅਪਾਰਾ। ਇਹ ਸਾਰੀ ਮਿਹਰ ਪਰਮਾਤਮਾ ਦੀ ਹੀ ਹੈ। ਨਾਨਕ ਦਾ ਪ੍ਰਭੂ ਪਰੇ ਤੋਂ ਪਰੇ ਹੈ ਅਤੇ ਬੇਅੰਤ ਹੈ, ਉਹ ਅਕਾਲ ਪੁਰਖ। ਗੌੜੀ ਗੁਰੇਰੀ ਮਹੱਲਾ ਪੰਜਵਾਂ। ਗੌੜੀ ਗੁਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਜਿਸ ਮਨ ਵਸੇ ਤਰੇ ਜਨ ਸੋਏ। ਉਹ ਪਰਮਾਤਮਾ ਜਿਸ ਮਨੁੱਖ ਦੇ ਮਨ ਵਿੱਚ ਵਸ ਪੈਂਦਾ ਹੈ, ਉਹ ਦੁੱਖਾਂ ਰੋਗਾਂ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਜਾ ਕੈ ਕਰਮ ਪ੍ਰਾਪਤ ਹੋਏ। ਜਿਸ ਪਰਮਾਤਮਾ ਦੀ ਬਖਸ਼ਿਸ਼ ਨਾਲ ਜਦੋਂ ਉਸ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ, ਦੁੱਖ ਰੋਗ ਕੁਛ ਪਉ ਨਾ ਵਿਆਪੈ। ਤਾਂ ਸੰਸਾਰ ਦਾ ਕੋਈ ਵੀ ਦੁੱਖ, ਕੋਈ ਵੀ ਰੋਗ, ਕੋਈ ਡਰ ਮਨੁੱਖ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਅੰਮ੍ਰਿਤ ਨਾਮ ਰਿੱਧੇ ਹਰਿ ਜਾਪੈ। ਕਿਉਂਕਿ ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰ ਨਾਮ ਆਪਣੇ ਹਿਰਦੇ ਵਿੱਚ ਜਪਦਾ ਰਹਿੰਦਾ ਹੈ। ਪਾਰ ਬ੍ਰਹਮ ਪਰਮੇਸ਼ਰ ਧਿਆਈਐ। ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ। ਗੁਰ ਪੂਰੇ ਤੇ ਇਹ ਮਤ ਪਾਈਐ ਰਹਾਉ। ਸਿਮਰਨ ਦੀ ਇਹ ਸੂਝ ਪੂਰੇ ਗੁਰੂ ਪਾਸੋਂ ਮਿਲਦੀ ਹੈ। ਰਹਾਉ ਰੁਕ ਜਾਣਾ। ਆਪਣਾ ਪੂਰਾ ਗੁਰੂ ਕਿਹੜਾ ਹੈ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਰਨ ਕਰਾਵਨ ਹਾਰ ਦਿਆਲ। ਜੋ ਸਭ ਕੁਛ ਕਰਨ ਦੇ ਸਮਰੱਥਾ ਰੱਖਦਾ ਹੈ, ਜੋ ਜੀਵਾਂ ਪਾਸੋਂ ਸਭ ਕੁਛ ਕਰਾਉਣ ਦੀ ਤਾਕਤ ਵੀ ਰੱਖਦਾ ਹੈ, ਜੋ ਦਇਆ ਦਾ ਘਰ ਹੈ। ਜੀ ਜੰਤ ਸਗਲੇ ਪ੍ਰਿਤਪਾਲ। ਸੋ ਜੋ ਸਾਰੇ ਜੀਵ ਜਨਤਾਂ ਦੀ ਪਾਲਣਾ ਵੀ ਕਰਦਾ ਹੈ। ਅਗਮ ਅਗੋਚਰ ਸਦਾ ਬੇਅੰਤਾ। ਜੋ ਅਪਹੁੰਚ ਹੈ, ਜਿਸ ਤੱਕ ਪਹੁੰਚਿਆ ਨਹੀਂ ਜਾ ਸਕਦਾ, ਜਿਸ ਤੱਕ ਮਨੁੱਖ ਦੇ ਅਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਦੇ ਗੁਣਾਂ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਸਿਮਰ ਮਨਾ ਪੂਰੇ ਗੁਰ ਮੰਤਾ। ਹੇ ਮੇਰੇ ਮਨ, ਪੂਰੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਉਸ ਪਰਮਾਤਮਾ ਨੂੰ ਸਿਮਰ, ਭਾਵ ਗੁਰੂ ਦੀ ਮੱਤ 'ਤੇ ਚੱਲ ਕੇ ਉਸ ਦੇ ਸਿਮਰ, ਉਸ ਨੂੰ ਯਾਦ ਕਰ। ਜੋ ਗੁਰੂ ਉਪਦੇਸ਼ ਦਿੰਦਾ ਹੈ ਉਸ 'ਤੇ ਚੱਲ। ਜਾ ਕੀ ਸੇਵਾ ਸਰਬ ਨਿਧਾਨ। ਜਿਸ ਦੀ ਸੇਵਾ ਭਗਤੀ ਵਿੱਚ ਹੀ ਜਗਤ ਦੇ ਸਾਰੇ ਖਜ਼ਾਨੇ ਹਨ। ਪ੍ਰਭ ਕੀ ਪੂਜਾ ਪਾਈਐ ਮਾਨ। ਜਿਸ ਹਰੀ ਦੀ ਪੂਜਾ ਕੀਤਿਆਂ ਹਰ ਥਾਂ ਆਦਰ ਮਾਣ ਮਿਲਦਾ ਹੈ। ਜਾ ਕੀ ਟਹਿਲ ਨਾ ਬਿਰਥੀ ਜਾਏ।
ਤੇ ਜਿਸ ਦੀ ਕੀਤੀ ਹੋਈ ਸੇਵਾ ਨਿਸਫਲ ਨਹੀਂ ਹੁੰਦੀ, ਕਦੇ ਵਿਅਰਥ ਨਹੀਂ ਜਾਂਦੀ। ਸਦਾ ਸਦਾ ਹਰ ਕੇ ਗੁਣ ਗਾਏ, ਸਦਾ ਹੀ ਸਦਾ ਉਸ ਹਰੀ ਦੇ ਗੁਣ ਗਾਉਂਦੇ ਰਹੋ। ਕਰ ਕਿਰਪਾ ਪ੍ਰਭ ਅੰਤਰਜਾਮੀ, ਹੇ ਅੰਤਰਜਾਮੀ ਪ੍ਰਭੂ ਮਿਹਰ ਕਰ। ਸੁਖ ਨਿਧਾਨ ਹਰ ਅਲਖ ਸੁਆਮੀ, ਹੇ ਸੁੱਖਾਂ ਦੇ ਖਜ਼ਾਨੇ ਪ੍ਰਭੂ। ਹੇ ਅਦ੍ਰਿਸ਼ਟ ਸੁਆਮੀ, ਜੀ ਜੰਤ ਤੇਰੀ ਸਰਨਾਈ, ਸਾਰੇ ਜੀਵ ਜੰਤ ਤੇਰੀ ਸ਼ਰਨ ਹਨ ਤੇ ਤੇਰੇ ਹੀ ਆਸਰੇ ਹਨ। ਮੈਂ ਵੀ ਤੇਰੇ ਸ਼ਰਨ ਆਇਆ ਹਾਂ, ਮਿਹਰ ਕਰ। ਨਾਨਕ ਨਾਮ ਮਿਲੇ ਵਡਿਆਈ, ਹੇ ਨਾਨਕ ਪ੍ਰਭੂ ਦੇ ਦਰ 'ਤੇ ਅਰਦਾਸ ਕਰ ਤੇ ਆਖ ਕਿ ਮੈਨੂੰ ਤੇਰਾ ਨਾਮ ਮਿਲ ਜਾਏ। ਤੇਰੇ ਨਾਮ ਹੀ ਮੇਰੇ ਵਾਸਤੇ ਵਡਿਆਈ ਹੈ। ਇਹ ਆਪਾਂ ਉਸ ਮਾਲਕ ਦੇ ਦਰ 'ਤੇ ਰਜੋਈ ਕਰਨੀ ਹੈ, ਅਰਦਾਸ ਕਰਨੀ ਹੈ ਕਿ ਆਪਾਂ ਨੂੰ ਉਸ ਮਾਲਕ ਦਾ, ਉਸ ਗੁਰੂ ਦਾ ਸ਼ਬਦ ਮਿਲ ਜਾਏ, ਉਸ ਸ਼ਬਦ ਦੇ ਨਾਲ ਉਸ ਦੀ ਮੱਤ ਬਖਸ਼ਿਸ਼ ਹੋ ਜਾਏ। ਗੌੜੀ ਗੁਰੇਰੀ ਮਹੱਲਾ ਪੰਜਵਾਂ। ਗੌੜੀ ਗੁਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਜੀ ਜੁਗਤ ਜਾ ਕੈ ਹੈ ਹਾਥ, ਜਿਸ ਦੇ ਹੱਥਾਂ ਵਿੱਚ ਸਭ ਜੀਆਂ ਦੀ ਜੀਵਨ ਮਰਿਆਦਾ ਹੈ। ਸੋ ਸਿਮਰੋ ਅਨਾਥ ਕੋ ਨਾਥ, ਉਸ ਅਨਾਥਾਂ ਦੇ ਨਾਥ ਪਰਮਾਤਮਾ ਦਾ ਸਿਮਰਨ ਕਰ, ਉਸ ਨੂੰ ਯਾਦ ਕਰ। ਪ੍ਰਭ ਚਿਤ ਆਏ ਸਭ ਦੁੱਖ ਜਾਏ, ਜੇ ਪਰਮਾਤਮਾ ਮਨੁੱਖ ਦੇ ਮਨ ਵਿੱਚ ਵਸ ਪਏ ਤਾਂ ਉਸ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ। ਪੈ ਸਭ ਬਿਨਸੈ ਹਰ ਕੈ ਨਾਏ, ਪਰਮਾਤਮਾ ਦੇ ਨਾਮ ਦੀ ਬਰਕਤ ਨਾਲ ਸਾਰੇ ਡਰ ਨਾਸ ਹੋ ਜਾਂਦੇ ਹਨ। ਬਿਨ ਹਰ ਭਉ ਕਾਹੇ ਕਾ ਮਾਨੈ, ਤੂੰ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦਾ ਡਰ ਕਿਉਂ ਮੰਨਦਾ ਹੈ। ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ ਕਿ ਤੈਨੂੰ ਉਸ ਮਾਲਕ ਦੇ ਡਰ ਤੋਂ ਇਲਾਵਾ ਹੋਰ ਕਿਸੇ ਦਾ ਡਰ ਨਹੀਂ ਹੋਣਾ ਚਾਹੀਦਾ। ਹਰ ਸਿਮਰਤ ਕਾਹੇ ਸੁਖ ਜਾਣੈ, ਰਹਾਉ ਪਰਮਾਤਮਾ ਨੂੰ ਭੁਲਾ ਕੇ ਹੋਰ ਕਿਹੜਾ ਸੁੱਖ ਸਮਝਦਾ ਹੈ। ਇਹ ਵੀ ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ। ਰਹਾਉ ਰੁਕ ਜਾਣਾ। ਜਿਨ ਧਾਰੇ ਬਹੁ ਧਰਨ ਆਗਾਸ, ਉਸ ਪ੍ਰਭੂ ਨੂੰ ਸਦਾ ਸਿਮਰ ਜਿਸ ਨੇ ਅਨੇਕ ਧਰਤੀਆਂ ਆਕਾਸ਼ਾਂ ਨੂੰ ਸਹਾਰਾ ਦਿੱਤਾ ਹੈ। ਜਾ ਕੀ ਜੋਤ ਜੀ ਪ੍ਰਗਾਸ, ਜਿਸ ਦੀ ਜੋਤ ਸਾਰੇ ਜੀਵਾਂ ਵਿੱਚ ਚਾਨਣ ਕਰ ਰਹੀ ਹੈ। ਜਾ ਕੀ ਬਖਸ਼ ਨਾ ਮੇਟੇ ਕੋਏ, ਤੇ ਜਿਸ ਦੀ ਕੀਤੀ ਹੋਈ ਬਖਸ਼ਿਸ਼ ਨੂੰ ਕੋਈ ਮਿਟਾ ਨਹੀਂ ਸਕਦਾ, ਕੋਈ ਰੋਕ ਨਹੀਂ ਸਕਦਾ। ਸਿਮਰ ਸਿਮਰ ਪ੍ਰਭ ਨਿਰਭਉ ਹੋਏ, ਜਿਹੜੇ ਮਨੁੱਖ ਉਸ ਪ੍ਰਭੂ ਨੂੰ ਸਿਮਰਦਾ ਹੈ ਉਹ ਦੁਨੀਆ ਦੇ ਡਰਾਂ ਤੋਂ ਨਿਡਰ ਹੋ ਜਾਂਦਾ ਹੈ। ਭਾਵ ਦੁਨੀਆ ਦੇ ਡਰ ਉਸ ਨੂੰ ਪੋਹ ਨਹੀਂ ਸਕਦੇ, ਉਸ ਨੂੰ ਛੂਹ ਨਹੀਂ ਸਕਦੇ, ਦੁਨੀਆ ਦੇ ਡਰਾਂ ਤੋਂ ਮੁਕਤ ਹੋ ਜਾਂਦਾ ਹੈ। ਆਠ ਪੈਰ ਸਿਮਰੋ ਪ੍ਰਭ ਨਾਮ, ਅੱਠੇ ਪੈਰ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਰਹਿਣਾ ਚਾਹੀਦਾ ਹੈ। ਇਨਕ ਤੀਰਥ ਮੰਜਨ ਇਸ਼ਨਾਨ, ਇਹ ਸਿਮਰਨ ਹੀ ਅਨੇਕ ਤੀਰਥਾਂ ਦਾ ਇਸ਼ਨਾਨ ਹੈ। ਪਾਰ ਬ੍ਰਹਮ ਕੀ ਸਰਨੀ ਪਾਹੇ, ਜੇ ਤੂੰ ਪਰਮਾਤਮਾ ਦੀ ਸ਼ਰਨ ਪੈ ਜਾਏ। ਕੋਟ ਕਲੰਕ ਖਿਨ ਮਹਿ ਮਿਟ ਜਾਏ, ਤਾਂ ਤੇਰੇ ਕਰੋੜਾਂ ਪਾਪ ਇੱਕ ਪਲ ਵਿੱਚ ਹੀ ਨਾਸ ਹੋ ਜਾਣ। ਬੇਮੁਹਤਾਜ ਪੂਰੇ ਪਾਤਸ਼ਾਹੋ, ਪਰਮਾਤਮਾ ਨੂੰ ਕਿਸੇ ਦੀ ਮੁਹਤਾਜੀ ਨਹੀਂ। ਉਹ ਸਭ ਗੁਣਾਂ ਦਾ ਮਾਲਕ ਹੈ, ਉਸ ਸਭ ਗੁਣਾਂ ਦਾ ਪਾਤਸ਼ਾਹ ਹੈ। ਪ੍ਰਭ ਸੇਵਕ ਸਾਚਾ ਵੈਸਾ ਹੋ, ਪ੍ਰਭੂ ਦੇ ਸੇਵਕ ਨੂੰ ਪ੍ਰਭੂ ਦਾ ਅਟਲ ਭਰੋਸਾ ਰਹਿੰਦਾ ਹੈ। ਗੁਰ ਪੂਰੇ ਰਾਖੇ ਦੇ ਹਾਥ, ਪਰਮਾਤਮਾ ਪੂਰੇ ਗੁਰੂ ਦੇ ਰਾਹੀਂ ਆਪਣੇ ਸੇਵਕਾਂ ਨੂੰ ਸਭ ਕਲੰਕਾਂ ਤੋਂ ਹੱਥ ਦੇ ਕੇ ਬਚਾ ਲੈਂਦਾ ਹੈ। ਨਾਨਕ ਪਾਰ ਬ੍ਰਹਮ ਸਮਰਾਥ, ਹੇ ਨਾਨਕ ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ। ਗੌੜੀ ਗੁਰੇਰੀ ਮਹੱਲਾ ਪੰਜਵਾਂ। ਗੌੜੀ ਗੁਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਗੁਰ ਪ੍ਰਸਾਦ ਨਾਮ ਮਨ ਲਾਗਾ, ਜਿਸ ਮਨੁੱਖ ਦਾ ਮਨ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ। ਜਨਮ ਜਨਮ ਕਾ ਸੋਇਆ ਜਾਗਾ, ਉਹ ਜਨਮਾਂ ਜਮਾਂਤਰਾਂ ਦਾ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤਾ ਹੋਇਆ ਵੀ ਜਾਗ ਪੈਂਦਾ ਹੈ। ਜਿਸ 'ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ, ਨਦਰ ਹੁੰਦੀ ਹੈ। ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ,
ਉਹ ਪ੍ਰਾਣੀ ਪ੍ਰਭੂ ਦੇ ਆਤਮਿਕ ਜੀਵਨ ਦੇਣ ਵਾਲੇ ਗੁਣ ਉਚਾਰਦਾ ਹੈ, ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਉਚਾਰਦਾ ਹੈ। ਪੂਰੇ ਗੁਰ ਕੀ ਸੁਮਤ ਪ੍ਰਾਣੀ, ਜਿਸ ਨੂੰ ਪੂਰੇ ਗੁਰੂ ਨੇ ਸ੍ਰੇਸ਼ਟ ਮੱਤ ਪ੍ਰਾਪਤ ਹੁੰਦੀ ਹੈ, ਜਿਸ ਨੂੰ ਪੂਰੇ ਗੁਰੂ ਦੀ ਉੱਤਮ ਮੱਤ ਪ੍ਰਾਪਤ ਹੁੰਦੀ ਹੈ। ਸ੍ਰੇਸ਼ਟ ਉੱਤਮ ਇੱਕ ਚੀਜ਼ ਹੀ ਹੈ। ਪ੍ਰਭ ਸਿਮਰਤ ਕੁਸਲ ਸਭ ਪਾਏ, ਜਿਹੜਾ ਮਨੁੱਖ ਪ੍ਰਭੂ ਦਾ ਸਿਮਰਨ ਕਰਦਾ ਹੈ, ਪ੍ਰਭੂ ਦਾ ਸਿਮਰਨ ਕਰਦਿਆਂ ਉਸ ਦੇ ਸਾਰੇ ਸੁੱਖ ਪ੍ਰਾਪਤ ਕਰ ਲਏ। ਘਰ ਬਾਹਰ ਸੁਖ ਸਹਿਜ ਸੁਭਾਏ ਰਹਾਓ, ਉਸ ਦੇ ਹਿਰਦੇ ਵਿੱਚ ਵੀ ਆਤਮਿਕ ਅਡੋਲਤਾ ਦੇ ਸਾਰੇ ਆਨੰਦ, ਜਗਤ ਨਾਲ ਵਰਤਦਿਆਂ ਵੀ ਉਸ ਨੂੰ ਆਤਮਿਕ ਅਡੋਲਤਾ ਦੇ ਸਾਰੇ ਆਨੰਦ ਪ੍ਰਾਪਤ ਹੋ ਜਾਂਦੇ ਹਨ। ਰਹਾਓ ਰੁਕ ਜਾਣਾ। ਸੋਈ ਪਛਾਤਾ ਜਿਨੈ ਉਪਾਇਆ, ਉਸ ਮਨੁੱਖ ਨੇ ਉਸੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ, ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਹੈ। ਕਰ ਕਿਰਪਾ ਪ੍ਰਭ ਆਪ ਮਿਲਾਇਆ, ਪ੍ਰਭੂ ਨੇ ਮਿਹਰ ਕਰਕੇ ਉਸ ਮਨੁੱਖ ਨੂੰ ਆਪ ਆਪਣੇ ਚਰਨਾਂ ਵਿੱਚ ਜੋੜ ਲਿਆ ਹੈ, ਭਾਵ ਆਪਣੇ ਸ਼ਬਦ ਨਾਲ ਜੋੜ ਲਿਆ, ਆਪਣੀ ਮੱਤ 'ਤੇ ਤੋਰ ਲਿਆ ਹੈ। ਗੁਰੂ ਸਾਹਿਬ ਨੇ ਆਪ ਹੀ ਨਦਰ ਕੀਤੀ ਹੈ, ਆਪ ਹੀ ਬਖਸ਼ਿਸ਼ ਕੀਤੀ ਹੈ, ਅਦਰਵਾਈਜ਼ ਤੁਰਨਾ ਬਹੁਤ ਮੁਸ਼ਕਲ ਹੈ। ਬਾਹਾਂ ਪਕੜ ਲੀਨੋ ਕਰ ਆਪਣਾ, ਜਿਸ ਮਨੁੱਖ ਨੂੰ ਪ੍ਰਭੂ ਨੇ ਬਾਂਹ ਫੜ ਕੇ ਆਪਣਾ ਬਣਾ ਲਿਆ ਹੈ, ਹਰ ਹਰ ਕਥਾ ਸਦਾ ਜਪ ਜਪਣਾ, ਉਹ ਮਨੁੱਖ ਸਦਾ ਪ੍ਰਭੂ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਕਰਦਾ ਹੈ, ਪ੍ਰਭੂ ਦੇ ਨਾਮ ਦਾ ਜਾਪ ਕਰਦਾ ਹੈ, ਆਪ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ, ਜਪਦਾ ਰਹਿੰਦਾ ਅਤੇ ਹੋਰਨਾਂ ਨੂੰ ਜਪਾਉਂਦਾ ਰਹਿੰਦਾ ਹੈ। ਮੰਤਰ ਤੰਤਰ ਔਖਦ ਪੁੰਨ ਹੈ ਚਾਰ, ਮੋਹ ਦੀ ਨੀਂਦ ਦੂਰ ਕਰਨ ਲਈ ਪਰਮਾਤਮਾ ਦਾ ਨਾਮ ਹੀ ਉਸ ਵਾਸਤੇ ਮੰਤਰ ਹੈ, ਨਾਮ ਹੀ ਜਾਦੂ ਹੈ, ਨਾਮ ਹੀ ਦਵਾਈ ਹੈ ਅਤੇ ਨਾਮ ਹੀ ਪ੍ਰਸ਼ਚਿਤ ਕਰਮ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 185 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਹਰ ਹਰ ਨਾਮ ਜੀ ਪ੍ਰਾਣ ਆਧਾਰ, ਹਰੀ ਦਾ ਨਾਮ ਹੀ ਉਸ ਮਨੁੱਖ ਦੀ ਜ਼ਿੰਦਗੀ ਦਾ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ। ਸਾਚਾ ਧਨ ਪਾਇਓ ਹਰ ਰੰਗ, ਉਹ ਮਨੁੱਖ ਹਰੀ ਦੇ ਪ੍ਰੇਮ ਰੰਗ ਵਿੱਚ ਮਸਤ ਹੋ ਕੇ ਸਦਾ ਨਾਲ ਨਿਭਣ ਵਾਲਾ ਨਾਮ ਧਨ ਹਾਸਲ ਕਰ ਲੈਂਦਾ ਹੈ। ਦੁੱਤਰ ਤਰੇ ਸਾਧ ਕੇ ਸੰਗ, ਜਿਹੜਾ ਮਨੁੱਖ ਗੁਰੂ ਦੇ ਸੰਗਤ ਵਿੱਚ ਰਹਿੰਦਾ ਹੈ, ਉਹ ਇਸ ਔਖੇ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਸੁਖ ਬੈਸੋ ਸੰਤ ਸੱਜਣ ਪਰਿਵਾਰ, ਹੇ ਸੰਤ ਜਨੋ, ਪਰਿਵਾਰ ਬਣ ਕੇ ਮੇਰ ਤੇਰ ਦੂਰ ਕਰਕੇ ਪੂਰਨ ਪ੍ਰੇਮ ਨਾਲ ਆਤਮਿਕ ਆਨੰਦ ਵਿੱਚ ਮਿਲ ਬੈਠੋ। ਹਰ ਤਨ ਖਟਿਓ ਜਾ ਕਾ ਨਾਹੇ ਸੁਮਾਰ, ਜਿਹੜਾ ਮਨੁੱਖ ਗੁਰਮੁਖਾਂ ਦੀ ਸੰਗਤ ਵਿੱਚ ਬੈਠਦਾ ਹੈ, ਉਸ ਨੇ ਉਹ ਹਰ ਨਾਮ ਧਨ ਕਮਾ ਲਿਆ ਹੈ, ਜਿਸ ਦਾ ਅੰਦਾਜ਼ਾ ਨਹੀਂ ਲੱਗ ਸਕਦਾ। ਜਿਸੇ ਪ੍ਰਾਪਤ ਤਿਸ ਗੁਰਦੇਹ, ਪ੍ਰਭੂ ਦੀ ਮਿਹਰ ਨਾਲ ਜਿਸ ਦੇ ਭਾਗਾਂ ਵਿੱਚ ਨਾਮ ਧਨ ਲਿਖਿਆ ਹੋਇਆ ਹੈ, ਉਸ ਨੂੰ ਗੁਰੂ ਨਾਮ ਧਨ ਦਿੰਦਾ ਹੈ। ਨਾਨਕ ਬਿਰਥਾ ਕੋਇ ਨਾ ਹੈ, ਹੇ ਨਾਨਕ, ਗੁਰੂ ਦੇ ਦਰ 'ਤੇ ਆ ਕੇ ਕੋਈ ਮਨੁੱਖ ਖਾਲੀ ਨਹੀਂ ਰਹਿ ਸਕਦਾ। ਸਾਰੇ ਗੁਰੂ ਦੇ ਨਾਮ ਵਿੱਚ ਰੰਗੇ ਜਾਂਦੇ ਹਨ, ਜੋ ਉਸ ਗੁਰੂ ਦੇ ਦਰ 'ਤੇ ਸੱਚੇ ਦਿਲੋਂ ਆਉਂਦੇ ਹਨ, ਭਾਵ ਗੁਰੂ ਨੂੰ ਗੁਰੂ ਪਾਸੋਂ ਮੰਗਣ ਆਉਂਦੇ ਨੇ, ਦਾਤਾਂ ਦੀ ਬਜਾਏ ਦਾਤੇ ਨੂੰ ਮੰਗਣ ਆਉਂਦੇ ਨੇ, ਉਹ ਖਾਲੀ ਨਹੀਂ ਜਾਂਦੇ, ਉਹ ਉਸ ਮਾਲਕ ਦੇ ਨਾਮ ਵਿੱਚ ਜੁੜ ਜਾਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਅੱਗੇ ਆਪਾਂ ਨੂੰ ਗੌੜੀ ਗਰੇਰੀ ਮਹੱਲਾ ਪੰਜਵਾਂ ਵਿੱਚ ਗੌੜੀ ਗਰੇਰੀ ਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪਾਂ ਨੂੰ ਕੀ ਸਮਝਾ ਰਹੇ ਨੇ। ਇਹਦੇ ਵਿੱਚ ਹਸਤ ਪੁਨੀਤ ਹੋਇ ਤਤਕਾਲ, ਪ੍ਰਭੂ ਦੀ ਸਿਫਤ ਲਿਖ ਕੇ ਉਸ ਵੇਲੇ ਤੇਰੇ ਹੱਥ ਪਵਿੱਤਰ ਹੋ ਜਾਣਗੇ। ਬਿਨ ਸਜਾਏ ਮਾਇਆ ਜੰਜਾਲ, ਤੇਰੇ ਮਾਇਆ ਦੇ ਮੋਹ ਤੇ ਫਾਹੇ ਦੂਰ ਹੋ ਜਾਣਗੇ। ਰਸਨਾ ਰਮੋ ਰਾਮ ਗੁਣ ਨੀਤ, ਆਪਣੀ ਜੀਭ ਨਾਲ ਸਦਾ ਪਰਮਾਤਮਾ ਦੀ ਸਿਫਤ ਸਲਾਹ ਦੇ ਗੁਣ ਗਾਉਂਦੇ ਰਹੋ। ਸੁਖ ਪਾਵੋ ਮੇਰੇ ਭਾਈ ਮੀਤ, ਹੇ ਮੇਰੇ ਵੀਰ, ਹੇ ਮੇਰੇ ਮਿੱਤਰ, ਤੂੰ ਆਤਮਿਕ ਆਨੰਦ ਮਾਣੇਗਾ। ਲਿਖ ਲੇਖਣ ਕਾਗਦ ਮਸਵਾਨੀ,
हे मेरे ਵੀਰ, ਆਪਣੀ ਸੁਰਤ ਦੀ ਕਲਮ ਲੈ ਕੇ ਆਪਣੀ ਕਰਨੀ ਦੇ ਕਾਗਜ਼ ਉੱਤੇ ਮਨ ਦੀ ਦਵਾਤ ਨਾਲ ਪਰਮਾਤਮਾ ਦਾ ਨਾਮ ਲਿਖ। ਰਾਮ ਨਾਮ ਹਰ ਅੰਮ੍ਰਿਤ ਬਾਣੀ ਰਹਾਓ। ਆਤਮਕ ਜੀਵਨ ਦੇਣ ਵਾਲੀ ਸਿਫਤ ਸਲਾਹ ਦੀ ਬਾਣੀ ਲਿਖ ਰਹਾਓ। ਰੁਕ ਜਾਣਾ। ਇਹ ਕਾਰਜ ਤੇਰੇ ਜਾਹੇ ਬੇਕਾਰ। ਹੇ ਮੇਰੇ ਵੀਰ, ਹੇ ਮੇਰੇ ਮਿੱਤਰ, ਇਸ ਕੰਮ ਦੇ ਕਾਰਨ ਤੇਰੇ ਸਾਰੇ ਅੰਦਰੋਂ ਵਿਕਾਰ ਨਸ ਜਾਣਗੇ। ਸਿਮਰਤ ਰਾਮ ਨਾਹੀ ਜਮ ਮਾਰ। ਪਰਮਾਤਮਾ ਦਾ ਨਾਮ ਸਿਮਰਨਿਆਂ ਤੇਰੇ ਵਾਸਤੇ ਆਤਮਕ ਮੌਤ ਨਹੀਂ ਰਹੇਗੀ। ਧਰਮ ਰਾਏ ਕੇ ਦੂਤ ਨਾ ਜੋ ਹੈ। ਕਾਮਦਕ ਦੂਤ ਜੋ ਧਰਮਰਾਜ ਦੇ ਵੱਸ ਪਾਉਂਦੇ ਹਨ, ਤੇਰੇ ਵੱਲ ਤੱਕ ਵੀ ਨਹੀਂ ਸਕਣਗੇ ਜਦੋਂ ਤੁਸੀਂ ਉਸ ਨਾਮ ਦੇ ਨਾਲ ਜੁੜ ਜਾਓਗੇ, ਉਸ ਅਕਾਲ ਪੁਰਖ ਦੀ ਨਜ਼ਰ ਨਾਲ। ਮਾਇਆ ਮਗਨ ਨਾ ਕਛੂਐ ਮੋਹ ਹੈ। ਤੂੰ ਮਾਇਆ ਦੇ ਮੋਹ ਵਿੱਚ ਨਹੀਂ ਡੁੱਬੇਗਾ। ਕੋਈ ਵੀ ਚੀਜ਼ ਤੈਨੂੰ ਮੋਹ ਨਹੀਂ ਸਕੇਗੀ। ਉਧਰੈ ਆਪ ਤਰੇ ਸੰਸਾਰ। ਰਾਮ ਨਾਮ ਜਪ ਕੇ ਤੂੰ ਆਪ ਵਿਕਾਰਾਂ ਤੋਂ ਬਚ ਜਾਏਗਾ ਅਤੇ ਤੇਰੀ ਸੰਗਤ ਵਿੱਚ ਜਗਤ ਵੀ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਏਗਾ। ਰਾਮ ਨਾਮ ਜਪ ਏਕ ਓਂਕਾਰ। ਪਰਮਾਤਮਾ ਦਾ ਨਾਮ ਜਪ ਏਕ ਓਂਕਾਰ ਨੂੰ ਸਿਮਰਦਾ ਰਹੋ। ਆਪ ਕਮਾਓ ਅਵਰਾ ਉਪਦੇਸ਼। ਹੇ ਮੇਰੇ ਵੀਰ, ਤੂੰ ਆਪ ਨਾਮ ਸਿਮਰਨ ਦੀ ਕਮਾਈ ਕਰ, ਹੋਰਨਾਂ ਨੂੰ ਵੀ ਉਪਦੇਸ਼ ਕਰ, ਭਾਵ ਹੋਰਨਾਂ ਨੂੰ ਵੀ ਜਪਾ। ਤਰੀਕਾ ਦੱਸ। ਰਾਮ ਨਾਮ ਹਿਰਦੇ ਪ੍ਰਵੇਸ਼। ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ। ਜਾ ਕੈ ਮਾਥੇ ਇਹੋ ਨਿਧਾਨ। ਜਿਸ ਦੇ ਮੱਥੇ ਉੱਤੇ ਭਗਵਾਨ ਦੀ ਕਿਰਪਾ ਨਾਲ ਇਹ ਖਜ਼ਾਨਾ ਪ੍ਰਾਪਤ ਕਰਨ ਦਾ ਲੇਖਾ ਲਿਖਿਆ ਹੋਇਆ ਹੈ, ਸੋਈ ਪੁਰਖ ਜਪੇ ਭਗਵਾਨ। ਉਹੀ ਮਨੁੱਖ ਭਗਵਾਨ ਨੂੰ ਯਾਦ ਕਰਦਾ ਹੈ। ਆਠ ਪੈਰ ਹਰ ਹਰ ਗੁਣ ਗਾਓ ਅਤੇ ਹਰ ਵਕਤ ਪ੍ਰਭੂ ਦੇ ਗੁਣ ਗਾਉਂਦਾ ਹੈ। ਕਹੋ ਨਾਨਕ ਹਉ ਤਿਸ ਬਲ ਜਾਓ। ਨਾਨਕ ਉਸ ਤੋਂ ਕੁਰਬਾਨ ਜਾਂਦਾ ਹੈ ਜਿਹੜਾ ਅੱਠੇ ਪੈਰ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਰਾਗ ਗੌੜੀ ਗੁਰੇਰੀ ਮਹੱਲਾ ਪੰਜਵਾਂ। ਚੌਪਦੇ ਦੋ ਪਦੇ। ਰਾਗ ਗੌੜੀ ਗੁਰੇਰੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ 4 ਤੇ 2 ਪਦਿਆਂ ਵਾਲੀ ਬਾਣੀ ਹੈ। ਇੱਕ ਓਂਕਾਰ ਸਤਿ ਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਅਤੇ ਉਹ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜੋ ਪਾਰਿਓ ਸੋਈ ਆਪਣਾ, ਜੋ ਪਰਾਇਓ ਸੋਈ ਆਪਣਾ। ਮਾਲ ਧਨ ਆਦਿਕ ਜੋ ਆਖਰ ਬਗਾਨਾ ਹੋ ਜਾਣਾ ਹੈ, ਉਸ ਨੂੰ ਅਸੀਂ ਆਪਣਾ ਮੰਨੀ ਬੈਠੇ ਹਾਂ। ਜੋ ਜਤ ਛੋਡਣ ਤਿਸ ਸੋ ਮਨ ਰਚਨਾ। ਸਾਡਾ ਮਨ ਉਸ ਮਾਲ ਧਨ ਨੂੰ ਨਾਲ ਮਸਤ ਰਹਿੰਦਾ ਹੈ ਜਿਸ ਨੂੰ ਆਖਰ ਛੱਡ ਜਾਣਾ ਹੈ। ਕਹੋ ਗੁਸਾਈ ਮਿਲੀਐ ਕਿਹ। ਦੱਸੋ ਅਸੀਂ ਖਸਮ ਪ੍ਰਭੂ ਨੂੰ ਕਿਵੇਂ ਮਿਲ ਸਕਦੇ ਹਾਂ। ਜੋ ਬਿਬਰਜਤ ਤਿਸ ਸਿਉ ਨੇਹ ਰਹਾਓ। ਜਿਹੜਾ ਸਾਡਾ ਸਦਾ ਉਸ ਮਾਇਆ ਨਾਲ ਪਿਆਰ ਹੈ ਜਿਸ ਵੱਲੋਂ ਸਾਨੂੰ ਵਰਜਿਆ ਹੋਇਆ ਹੈ। ਰਹਾਓ ਰੁਕ ਜਾਣਾ। ਝੂਠ ਬਾਤ ਸੱਚ ਕਰ ਜਾਤੀ। ਇਹ ਖਿਆਲ ਝੂਠਾ ਹੈ ਕਿ ਅਸਾਂ ਇੱਥੇ ਸਦਾ ਬਹਿ ਰਹਿਣਾ ਹੈ, ਪਰ ਇਹ ਜੋ ਝੂਠੀ ਗੱਲ ਹੈ ਇਸ ਨੂੰ ਅਸਾਂ ਠੀਕ ਸਮਝਿਆ ਹੋਇਆ ਹੈ। ਸੱਤ ਹੋਵਣ ਮਨ ਲਾਗੈ ਨਾ ਰਾਤੀ। ਮੌਤ ਜੋ ਜ਼ਰੂਰ ਵਾਪਰਨੀ ਹੈ ਉਹ ਸਾਡੇ ਮਨ ਵਿੱਚ ਰੱਤਾ ਭਰ ਵੀ ਨਹੀਂ ਜਚਦੀ। ਬਾਵੈ ਮਾਰਗ ਟੇਢਾ ਚੱਲਣਾ। ਮੰਦੇ ਪਾਸੇ ਪਿਆਰ ਪਾਉਣ ਦੇ ਕਾਰਨ ਅਸਾਂ ਮੰਦੇ ਪਾਸੇ ਜੀਵਨ ਰਸਤਾ ਮੱਲਿਆ ਹੋਇਆ ਹੈ। ਅਸੀਂ ਜੀਵਨ ਦੀ ਵਿੰਗੀ ਚਾਲ ਚੱਲ ਰਹੇ ਹਾਂ। ਸਿੱਧਾ ਛੋੜ ਅਪੂਠਾ ਬੁਣਨਾ। ਜੀਵਨ ਦਾ ਸਿੱਧਾ ਰਾਹ ਛੱਡ ਕੇ ਅਸੀਂ ਜੀਵਨ ਤਾਣੀ ਨੂੰ ਪੁੱਠੀ ਬੁਣ ਰਹੇ ਹਾਂ। ਦੋਹਾਂ ਸਿਰਿਆਂ ਕਾ ਖਸਮ ਪ੍ਰਭ ਸੋਈ। ਜੀਵਾਂ ਦੇ ਕੀ ਵਸ ਹੈ। ਜੀਵਨ ਦੇ ਚੰਗੇ ਤੇ ਮੰਦੇ ਦੋਵਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੀ ਹੈ।
ਜਿਸ ਮੇਲੇ ਨਾਨਕ ਸੋ ਮੁਕਤਾ ਹੋਈ। ਪਰ ਹੇ ਨਾਨਕ, ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਚਰਨਾਂ ਨਾਲ ਜੋੜਦਾ ਹੈ ਉਹ ਮੰਦੇ ਪਾਸੇ ਵੱਲੋਂ ਬਚ ਜਾਂਦਾ ਹੈ। ਭਾਵ ਜਿਸ 'ਤੇ ਗੁਰੂ ਸਾਹਿਬ ਜੀ ਨਜ਼ਰ ਕਰਦੇ, ਬਖਸ਼ਿਸ਼ ਕਰਦੇ ਨੇ, ਆਪਣੇ ਨਾਮ ਨਾਲ ਜੋੜਦੇ ਹਨ, ਆਪਣੀ ਮੱਤ 'ਤੇ ਚਲਾਉਂਦੇ ਹਨ, ਉਹ ਮੰਦੇ ਕਰਮਾਂ ਤੋਂ ਬਚ ਜਾਂਦਾ ਹੈ। ਗੌੜੀ ਗੁਰੇਰੀ ਮਹੱਲਾ ਪੰਜਵਾਂ। ਗੌੜੀ ਗੁਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਕਲ ਯੁਗ ਮੈਂ ਮਿਲ ਆਏ ਸੰਜੋਗ, ਇਸ ਕਲੇਸ਼ਾਂ ਵੇੜੀ ਦੁਨੀਆ ਵਿੱਚ ਇਸਤਰੀਆਂ ਅਤੇ ਪਤੀ ਪਿਛਲੇ ਸੰਬੰਧਾਂ ਦੇ ਕਾਰਨ ਮਿਲ ਕੇ ਆ ਇਕੱਠੇ ਹੁੰਦੇ ਹਨ। ਜਿਚਰ ਆਗਿਆ ਤਿਚਰ ਭੋਗੈ ਭੋਗ, ਜਿਤਨਾ ਚਿਰ ਪਰਮਾਤਮਾ ਵੱਲੋਂ ਹੁਕਮ ਮਿਲਦਾ ਹੈ ਉਤਨਾ ਚਿਰ ਦੋਵੇਂ ਮਿਲ ਕੇ ਜਗਤ ਦੇ ਪਦਾਰਥ ਮਾਣਦੇ ਹਨ। ਜਲੇ ਨਾ ਪਾਈਐ ਰਾਮ ਸਨੇਹੀ, ਅੱਗ ਵਿੱਚ ਸੜਨ ਨਾਲ ਪਿਆਰ ਕਰਨ ਵਾਲੀ ਪਤਨੀ ਪਤੀ ਨਹੀਂ ਮਿਲ ਸਕਦਾ। ਭਾਵ ਪਹਿਲਾਂ ਸਤੀ ਪ੍ਰਥਾ ਹੁੰਦੀ ਸੀ ਜਿਸ ਵਿੱਚ ਪਤੀ ਦੇ ਨਾਲ ਹੀ ਮਰਨ ਦੇ ਨਾਲ ਪਤਨੀ ਨੂੰ ਵੀ ਅੱਗ ਵਿੱਚ ਜਲਾ ਦਿੱਤਾ ਜਾਂਦਾ ਸੀ। ਗੁਰੂ ਸਾਹਿਬ ਜੀ ਸਮਝਾ ਰਹੇ ਨੇ ਕਿ ਅੱਗ ਵਿੱਚ ਸੜਨ ਨਾਲ ਪਿਆਰ ਕਰਨ ਵਾਲੀ ਪਤੀ ਨੂੰ ਪਿਆਰ ਨਹੀਂ ਮਿਲ ਸਕਦਾ। ਕਿਰਤ ਸੰਜੋਗ ਸਤੀ ਉੱਠ ਹੋਈ ਰਹਾਓ, ਆਪਣੇ ਮਰੇ ਪਤੀ ਨਾਲ ਮੁੜ ਕੀਤੇ ਜਾ ਸਕਣ ਵਾਲੇ ਮਿਲਾਪ ਦੀ ਖਾਤਰ ਇਸਤਰੀ ਉੱਠ ਕੇ ਸਤੀ ਹੋ ਜਾਂਦੀ ਹੈ। ਪਤੀ ਦੀਆਂ ਚੀਖਾਂ ਵਿੱਚ ਫਜ਼ੂਲ ਹੀ ਸੜ ਮਰਦੀ ਹੈ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਰਹਾਓ ਰੁਕ ਜਾਣਾ। ਪਹਿਲਾਂ ਹੁੰਦਾ ਸੀ ਸਤੀ ਪ੍ਰਥਾ, ਅੱਜ ਕੱਲ੍ਹ ਤਾਂ ਕੋਈ ਨਹੀਂ ਸੜਦੀ ਸੁੜਦੀ। ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝ ਆ ਗਈ ਹੈ, ਸੋਝੀ ਆ ਗਈ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਸਤੀ ਪ੍ਰਥਾ ਨੂੰ ਖਤਮ ਕੀਤਾ ਸੀ। ਅਕਬਰ ਨੂੰ ਕਹਿ ਕੇ ਸਤੀ ਪ੍ਰਥਾ ਖਤਮ ਕਰਵਾਈ ਸੀ ਅਤੇ ਪੁਨਰ ਵਿਆਹ ਦਾ ਵੀ ਫਰਮਾਨ ਜਾਰੀ ਕਰਵਾਇਆ ਸੀ ਕਿ ਜਿਹੜੀ ਪਤਨੀ ਦਾ ਪਤੀ ਮਰ ਜਾਂਦਾ ਸੀ ਉਹ ਨਾਲ ਹੀ ਸਾੜ ਦਿੱਤੀ ਜਾਂਦੀ ਸੀ। ਇਹ ਸਾਰੀ ਸਤੀ ਪ੍ਰਥਾ ਨੂੰ ਬੰਦ ਕਰਾ ਕੇ ਜਿਹੜੀ ਪਤਨੀ ਦਾ ਪਤੀ ਮਰ ਜਾਂਦਾ ਉਸ ਨੂੰ ਦੁਬਾਰਾ ਵਿਆਹ ਕਰਨ ਦੀ ਵੀ ਇਜਾਜ਼ਤ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਸਮੇਂ ਦੇ ਰਾਜੇ ਅਕਬਰ ਕੋਲੋਂ ਮਨਜ਼ੂਰ ਕਰਾਈ ਸੀ। ਫਿਰ ਉਸ ਨੂੰ ਦਰਸ਼ਨ ਦਿੱਤੇ ਸੀ। ਅੱਗੇ ਗੁਰੂ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਨੇ ਪੰਜਵੇਂ ਪਾਤਸ਼ਾਹ ਜੀ। ਪਿਰੈ ਸੰਗ ਨਾ ਪਾਵੈ ਬਹੁ ਜੋਨ ਭਵਾਈਐ, ਇਸ ਤਰ੍ਹਾਂ ਸਗੋਂ ਕਈ ਜੂਨਾਂ ਵਿੱਚ ਹੀ ਭਟਕਦੇ ਰਹੀਦਾ ਹੈ। ਸੀਲ ਸੰਜਮ ਪਿਰੈ ਆਗਿਆ ਮਾਨੈ, ਜਿਹੜੀ ਇਸਤਰੀ ਮਿੱਠੇ ਸੁਭਾਅ ਦੀ ਜੁਗਤ ਵਿੱਚ ਰਹਿ ਕੇ ਆਪਣੇ ਪਿਆਰੇ ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ, ਤਿਸ ਨਾਰੀ ਕੋ ਦੁਖ ਨਾ ਜਮਾਨੈ, ਇਸ ਇਸਤਰੀ ਨੂੰ ਜਮਾਂ ਦਾ ਦੁੱਖ ਨਹੀਂ ਪੋ ਸਕਦਾ। ਕਹੋ ਨਾਨਕ ਜਿਨ ਪਿਓ ਪਰਮੇਸ਼ਰ ਕਰ ਜਾਣਿਆ, ਹੇ ਨਾਨਕ, ਜਿਸ ਇਸਤਰੀ ਨੇ ਆਪਣੇ ਪਤੀ ਨੂੰ ਹੀ ਇੱਕ ਖਸਮ ਕਰਕੇ ਸਮਝਿਆ ਹੈ, ਭਾਵ ਸਿਰਫ ਆਪਣੇ ਪਤੀ ਵਿੱਚ ਹੀ ਪਤੀ ਭਾਵਨਾ ਰੱਖੀ ਹੈ, ਜਿਵੇਂ ਭਗਤ ਦਾ ਪਤੀ ਇੱਕ ਪਰਮਾਤਮਾ ਹੀ ਹੈ। ਧੰਨ ਸਤੀ ਦਰਗਹਿ ਪਰਵਾਨਿਆ, ਉਹ ਇਸਤਰੀ ਅਸਲੀ ਸਤੀ ਹੈ, ਉਹ ਭਾਗਾਂ ਵਾਲੀ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੈ। ਕੌੜੀ ਗੁਰੇਰੀ ਮਹੱਲਾ ਪੰਜਵਾਂ। ਕੌੜੀ ਗੁਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਹਮ ਧਨਵੰਤ ਭਾਗਠ ਸੱਚ ਨਾਏ, ਸਦਾ ਥਿਰ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਅਸੀਂ ਪਰਮਾਤਮਾ ਦੇ ਨਾਮ ਧਨ ਦੇ ਧਨੀ ਬਣਦੇ ਜਾ ਰਹੇ ਹਾਂ, ਭਾਗਾਂ ਵਾਲੇ ਬਣਦੇ ਜਾ ਰਹੇ ਹਾਂ। ਹਰ ਗੁਣ ਗਾਵੈ ਸਹਿਜ ਸੁਭਾਏ ਰਹਾਓ, ਜਿਉਂ-ਜਿਉਂ ਅਸੀਂ ਪਰਮਾਤਮਾ ਦੇ ਗੁਣ ਮਿਲ ਕੇ ਗਾਉਂਦੇ ਹਾਂ, ਆਤਮਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਾਂ, ਪ੍ਰੇਮ ਵਿੱਚ ਮਗਨ ਰਹਿੰਦੇ ਹਾਂ। ਰਹਾਓ ਰੁਕ ਜਾਣਾ, ਠਹਿਰ ਜਾਣਾ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 186 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਪਿਓ ਦਾਦੇ ਕਾ ਖੋਲ੍ਹ ਡਿੱਠਾ ਖਜ਼ਾਨਾ, ਜਦੋਂ ਮੈਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਦਾ ਖਜ਼ਾਨਾ ਖੋਲ੍ਹ ਕੇ ਵੇਖਿਆ ਤਾਂ ਮੇਰੇ ਮਨ ਭਇਆ ਨਿਦਾਨਾ, ਤਦ ਮੇਰੇ ਮਨ ਵਿੱਚ ਆਤਮਕ ਆਨੰਦ ਦਾ ਭੰਡਾਰਾ ਭਰਿਆ ਗਿਆ।
ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ। ਇਸ ਖਜ਼ਾਨੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੇ ਅਮੋਲਕ ਰਤਨਾਂ ਲਾਲਾਂ ਤੇ ਭੰਡਾਰੇ ਭਰੇ ਹੋਏ ਮੈਂ ਵੇਖੇ, ਜਿਹੜੇ ਕਦੇ ਮੁੱਕ ਨਹੀਂ ਸਕਦੇ, ਜਿਹੜੇ ਤੋਲੇ ਨਹੀਂ ਜਾ ਸਕਦੇ। ਖਾਵੈ ਖਰਚੈ ਰਲ ਮਿਲ ਭਾਈ, ਜਿਹੜੇ ਮਨੁੱਖ ਸਤ ਸੰਗ ਵਿੱਚ ਮਿਲ ਕੇ ਇਕੱਠੇ ਹੋ ਕੇ ਇਹਨਾਂ ਭੰਡਾਰਿਆਂ ਨੂੰ ਆਪ ਵਰਤਦੇ ਹਨ ਤੇ ਹੋਰਨਾਂ ਨੂੰ ਵੀ ਵੰਡਦੇ ਹਨ, ਭਾਵ ਆਪ ਸਿਮਰਦੇ ਹਨ ਤੇ ਹੋਰਨਾਂ ਨੂੰ ਵੀ ਨਾਮ ਜਪਾਉਂਦੇ ਹਨ, ਤੋਟ ਨਾ ਆਵੈ ਵਧਦੋ ਜਾਈ। ਉਹਨਾਂ ਦੇ ਪਾਸ ਇਸ ਖਜ਼ਾਨੇ ਦੀ ਕਮੀ ਨਹੀਂ ਹੁੰਦੀ, ਸਗੋਂ ਹੋਰ ਹੋਰ ਵੱਧਦਾ ਜਾਂਦਾ ਹੈ। ਇਹ ਖਜ਼ਾਨਾ ਨਾਮ ਧਨ ਹੈ, ਇਹ ਘਟਦਾ ਨਹੀਂ, ਵਧੀ ਜਾਂਦਾ ਦਿਨ ਬ ਦਿਨ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਪਰ ਹੇ ਨਾਨਕ ਜਿਸ ਮਨੁੱਖ ਦੇ ਮੱਥੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਦਾ ਲੇਖ ਲਿਖਿਆ ਹੁੰਦਾ ਹੈ, ਸੋ ਏਤ ਖਜ਼ਾਨੇ ਲਾਏ ਲਿਆ ਰਲਾਏ। ਉਹੀ ਇਸ ਸਿਫਤ ਸਲਾਹ ਦੇ ਖਜ਼ਾਨੇ ਵਿੱਚ ਸਾਂਝੀਵਾਲ ਬਣਾਇਆ ਜਾਂਦਾ ਹੈ, ਭਾਵ ਉਹੀ ਸਾਧ ਸੰਗਤ ਵਿੱਚ ਆ ਕੇ ਸਿਫਤ ਸਲਾਹ ਦੀ ਬਾਣੀ ਦਾ ਆਨੰਦ ਮਾਣਦਾ ਹੈ। ਗੌੜੀ ਗੁਰੇਰੀ ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਡਰ ਡਰ ਮਰਤੇ ਜਬ ਜਾਣੀਐ ਦੂਰ, ਜਿਤਨਾ ਚਿਰ ਅਸੀਂ ਇਹ ਸਮਝਦੇ ਹਾਂ ਕਿ ਪਰਮਾਤਮਾ ਕਿਤੇ ਦੂਰ ਵਸਦਾ ਹੈ, ਉਤਨਾ ਚਿਰ ਦੁਨੀਆ ਦੇ ਦੁੱਖ ਰੋਗ ਫਿਕਰਾਂ ਤੋਂ ਸਹਿਮ ਸਹਿਮ ਕੇ ਆਤਮਕ ਮੋਤੇ ਮਰਦੇ ਰਹਿੰਦੇ ਹਾਂ। ਡਰ ਚੁੱਕਾ ਦੇਖਿਆ ਭਰਪੂਰ, ਜਦੋਂ ਉਸ ਨੂੰ ਸਾਰੇ ਸੰਸਾਰ ਵਿੱਚ ਜਰੇ ਜਰੇ ਵਿੱਚ ਵਿਆਪਕ ਵੇਖ ਲਿਆ, ਉਸ ਵੇਲੇ ਦੁਨੀਆ ਦੇ ਦੁੱਖ ਆਦਿਕ ਦਾ ਡਰ ਮੁੱਕ ਜਾਂਦਾ ਹੈ। ਸਤਿਗੁਰ ਆਪਣੇ ਕੋ ਬਲਿਹਾਰੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਛੋੜ ਨਾ ਜਾਈ ਸਰ ਪਰ ਤਾਰੇ ਰਹਾਓ, ਉਹ ਦੁੱਖ ਰੋਗ ਸੋਗ ਆਦਿਕ ਦੇ ਸਮੁੰਦਰ ਵਿੱਚ ਸਾਨੂੰ ਡੁੱਬਦਿਆਂ ਨੂੰ ਛੱਡ ਕੇ ਨਹੀਂ ਜਾਂਦਾ, ਉਹ ਸਦਾ ਇਸ ਸਮੁੰਦਰ ਵਿੱਚੋਂ ਜ਼ਰੂਰ ਪਾਰ ਲੰਘਾਉਂਦਾ ਹੈ, ਉਹ ਸਾਨੂੰ ਇਸ ਸਮੁੰਦਰ ਵਿੱਚੋਂ ਪਾਰ ਲੰਘਾ ਦਿੰਦਾ ਹੈ। ਰਹਾਓ ਰੁਕ ਜਾਣਾ। ਦੁੱਖ ਰੋਗ ਸੋਗ ਬਿਸਰੈ ਜਬ ਨਾਮ, ਦੁਨੀਆ ਦਾ ਦੁੱਖ ਰੋਗ ਫਿਕਰ ਤਦ ਹੀ ਵਿਆਪਦਾ ਹੈ ਜਦੋਂ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ, ਬਿਸਰ ਜਾਂਦਾ ਹੈ। ਸਦਾ ਆਨੰਦ ਜਾ ਹਰ ਗੁਣ ਗਾਮ, ਜਦੋਂ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਵੀਏ ਤਦੋਂ ਮਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ। ਬੁਰਾ ਭਲਾ ਕੋਈ ਨਾ ਕਹੀਜੈ, ਕਿਸੇ ਦੀ ਨਿੰਦਾ ਕਰਨੀ ਚਾਹੀਦੀ ਹੈ, ਨਾ ਕਿਸੇ ਦਾ ਖੁਸ਼ਾਮਦ ਕਰਨੀ ਚਾਹੀਦੀ ਹੈ। ਛੋੜ ਮਾਨ ਹਰ ਚਰਨ ਗਹੀਜੈ, ਦੁਨੀਆ ਦਾ ਮਾਨ ਤਿਆਗ ਕੇ ਪਰਮਾਤਮਾ ਦੇ ਚਰਨਾਂ ਹਿਰਦੇ ਵਿੱਚ ਟਿਕਾ ਲੈਣੇ ਚਾਹੀਦੇ ਹਨ, ਭਾਵ ਮੈਂ ਮੇਰੀ ਤਿਆਗ ਦੇਣੀ ਚਾਹੀਦੀ ਹੈ, ਗੁਰੂ ਸਾਹਿਬ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਣਾ ਚਾਹੀਦਾ ਹੈ। ਕਹੋ ਨਾਨਕ ਗੁਰ ਮੰਤਰ ਚਿਤਾਰ, ਹੇ ਨਾਨਕ ਗੁਰੂ ਦਾ ਉਪਦੇਸ਼ ਆਪਣੇ ਚਿੱਤ ਵਿੱਚ ਪਰੋ ਰੱਖ। ਉਪਦੇਸ਼ ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ, ਗੁਰੂ ਦੀ ਮੱਤ ਆਪਣੇ ਹਿਰਦੇ ਵਿੱਚ ਵਸਾ ਤੇ ਉਸ ਦੇ ਉਪਦੇਸ਼ 'ਤੇ ਚੱਲ, ਉਸ ਦੀ ਮੱਤ 'ਤੇ ਚੱਲ। ਸੁਖ ਪਾਵੈ ਸਾਚੇ ਦਰਬਾਰ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿੱਚ ਆਨੰਦ ਮਾਣੇਗਾ। ਗੌੜੀ ਮਹੱਲਾ ਪੰਜਵਾਂ। ਜਾ ਕਾ ਮੀਤ ਸਾਜਨ ਹੈ ਸਮੀਆਂ, ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਜਾ ਕਾ ਮੀਤ ਸਾਜਨ ਹੈ ਸਮੀਆਂ, ਜਿਸ ਮਨੁੱਖ ਦਾ ਇਹ ਯਕੀਨ ਬਣ ਜਾਏ ਕਿ ਉਸ ਦਾ ਸੱਜਣ ਪ੍ਰਭੂ ਮਿੱਤਰ ਪ੍ਰਭੂ ਹਰ ਥਾਂ ਵਿਆਪਕ ਹੈ। ਜਿਸ ਜਨ ਕੋ ਕਹੋ ਕਾ ਕੀ ਕਮੀਆਂ, ਦੱਸ ਉਸ ਮਨੁੱਖ ਨੂੰ ਕਿਸ ਸ਼ੈ ਦੀ ਥੋੜ ਰਹਿ ਜਾਂਦੀ ਹੈ। ਕੁਐਸਚਨ ਕਰ ਰਹੇ ਨੇ, ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ। ਜਿੰਦਾ ਉਸ ਮਾਲਕ ਨਾਲ ਪ੍ਰੀਤੀ ਬਣ ਜਾਏ, ਪਿਆਰ ਬਣ ਜਾਏ, ਉਸ ਸ਼ਬਦ ਨਾਲ ਮਿਲਾਪ ਹੋ ਜਾਏ, ਉਸ ਨੂੰ ਕਿਸ ਚੀਜ਼ ਦੀ ਥੋੜ ਰਹਿ ਜਾਂਦੀ ਹੈ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਜਿਸ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ। ਦੁੱਖ ਦਰਦ ਭਰਮ ਤਾਂ ਕਾ ਭਾਗੀ ਰਹਾਓ, ਉਸ ਦਾ ਹਰੇਕ ਦੁੱਖ, ਹਰੇਕ ਦਰਦ, ਹਰੇਕ ਭਰਮ ਵਹਿਮ ਦੂਰ ਹੋ ਜਾਂਦਾ ਹੈ। ਰਹਾਓ ਰੁਕ ਜਾਣਾ।
ਜਾ ਕੋ ਰਸ ਹਰ ਰਸ ਹੈ ਆਇਓ। ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਆ ਜਾਂਦਾ ਹੈ, ਸੋ ਅਨ ਰਸ ਨਾਹੀ ਲਪਟਾਇਓ। ਉਹ ਦੁਨੀਆ ਦੇ ਹੋਰ ਪਦਾਰਥਾਂ ਦੇ ਸਵਾਦਾਂ ਨਾਲ ਨਹੀਂ ਚੰਬੜਦਾ। ਜਾ ਕਾ ਕਹਿਆ ਦਰਗਹਿ ਚੱਲੇ। ਜਿਸ ਮਨੁੱਖ ਦਾ ਬੋਲਿਆ ਹੋਇਆ ਬੋਲ ਪਰਮਾਤਮਾ ਦੀ ਹਜ਼ੂਰੀ ਵਿੱਚ ਮੰਨਿਆ ਜਾਂਦਾ ਹੈ, ਸੋ ਕਿਸ ਕੋ ਨਦਰ ਲੈ ਆਵੈ ਤਲੇ। ਉਸ ਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ। ਜਾ ਕਾ ਸਭ ਕਿਛ ਤਾਂ ਕਾ ਹੋਏ। ਜਿਸ ਪਰਮਾਤਮਾ ਦਾ ਰਚਿਆ ਹੋਇਆ ਇਹ ਸਾਰਾ ਸੰਸਾਰ, ਜਿਹੜਾ ਮਨੁੱਖ ਨੂੰ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ, ਭਾਵ ਇਹ ਸਾਰਾ ਰਚਿਆ ਸੰਸਾਰ ਉਸ ਮਨੁੱਖ ਦਾ ਸੇਵਕ ਬਣ ਜਾਂਦਾ, ਜਿਸ 'ਤੇ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਨਦਰ ਹੋ ਜਾਂਦੀ ਹੈ। ਨਾਨਕ ਤਾਕੋ ਸਦਾ ਸੁਖ ਹੋਏ। ਹੇ ਨਾਨਕ, ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਜਾ ਕੈ ਦੁਖ ਸੁਖ ਸਮ ਕਰ ਜਾਪੈ। ਪ੍ਰਭੂ ਦੀ ਰਜਾ ਵਿੱਚ ਤੁਰਨ ਦੇ ਕਾਰਨ ਜਿਸ ਮਨੁੱਖ ਦੇ ਹਿਰਦੇ ਵਿੱਚ ਹਰੇਕ ਦੁੱਖ ਸੁੱਖ ਇੱਕੋ ਜਿਹਾ ਪ੍ਰਤੀਤ ਹੁੰਦਾ ਹੈ, ਤਾਕੋ ਕਾੜਾ ਕਹਾਂ ਵਿਆਪੈ। ਉਸ ਨੂੰ ਕੋਈ ਚਿੰਤਾ ਫਿਕਰ ਕਦੇ ਦਬਾ ਨਹੀਂ ਸਕਦਾ। ਸਹਿਜ ਆਨੰਦ ਹਰ ਸਾਧੂ ਮਾਹੇ। ਪਰਮਾਤਮਾ ਦੇ ਭਗਤ ਦੇ ਹਿਰਦੇ ਵਿੱਚ ਸਦਾ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸਦਾ ਆਨੰਦ ਬਣਿਆ ਰਹਿੰਦਾ ਹੈ। ਆਗਿਆਕਾਰੀ ਹਰ ਹਰ ਰਾਏ ਰਹਾਓ। ਹਰ ਦਾ ਭਗਤ ਹਰ ਪ੍ਰਭੂ ਦੀ ਆਗਿਆ ਵਿੱਚ ਹੀ ਤੁਰਦਾ ਹੈ। ਰਹਾਓ ਰੁਕ ਜਾਣਾ, ਠਹਿਰ ਜਾਣਾ। ਜਾ ਕੈ ਅਚਿੰਤ ਵਸੇ ਮਨ ਆਏ। ਚਿੰਤਾ ਰਹਿਤ ਪਰਮਾਤਮਾ ਜਿਸ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ, ਤਾਂ ਕੋ ਚਿੰਤਾ ਕਥੂ ਨਾਹੇ। ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪਾਉਂਦੀ, ਕੋਈ ਚਿੰਤਾ ਨਹੀਂ ਸਤਾਉਂਦੀ। ਜਾ ਕੈ ਬਿਨਸਿਓ ਮਨ ਤੈ ਭਰਮਾ। ਜਿਸ ਮਨੁੱਖ ਦੇ ਮਨ ਤੋਂ ਭਟਕਣਾ ਮੁੱਕ ਜਾਂਦੀ ਹੈ, ਤਾਂ ਕੈ ਕੁਛ ਨਾਹੀ ਡਰ ਜਮਾ। ਉਸ ਦੇ ਮਨ ਵਿੱਚ ਮੌਤ ਦਾ ਡਰ ਵੀ ਨਹੀਂ ਰਹਿ ਜਾਂਦਾ। ਜਾ ਕੈ ਹਿਰਦੇ ਦਿਓ ਗੁਰਨਾਮਾ। ਹੇ ਨਾਨਕ, ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਟਿਕਾ ਦਿੱਤਾ ਹੈ, ਕਹੋ ਨਾਨਕ ਤਾਕੈ ਸਗਲ ਨਿਧਾਨਾ। ਉਸ ਦੇ ਅੰਦਰ ਮਾਨੋ ਸਾਰੇ ਖਜ਼ਾਨੇ ਆ ਜਾਂਦੇ ਹਨ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਆਪਾਂ ਨੂੰ ਕੀ ਸਮਝਾ ਰਹੇ ਨੇ। ਅਗਮ ਰੂਪ ਕਾ ਮਨ ਮੈਂ ਥਾਨਾ। ਜਿਸ ਮਨ ਵਿੱਚ ਸਿਫਤ ਸਲਾਹ ਦੇ ਚਸ਼ਮੇ ਜਾਰੀ ਹੋ ਜਾਂਦੇ ਹਨ, ਉਸ ਮਨ ਵਿੱਚ ਅਪਹੁੰਚ ਸਰੂਪ ਵਾਲੇ ਪਰਮਾਤਮਾ ਦਾ ਨਿਵਾਸ ਹੋ ਜਾਂਦਾ, ਜਿਸ ਤੱਕ ਕਿਸੇ ਦੀ ਪਹੁੰਚ ਨਹੀਂ ਹੁੰਦੀ, ਜਿਸ 'ਤੇ ਗੁਰੂ ਸਾਹਿਬ ਦੀ ਨਦਰ ਹੋ ਜਾਂਦੀ ਹੈ। ਗੁਰ ਪ੍ਰਸਾਦ ਕਿਨੇ ਵਿਰਲੇ ਜਾਨਾ। ਪਰ ਕਿਸੇ ਵਿਰਲੇ ਮਨੁੱਖ ਨੇ ਹੀ ਗੁਰੂ ਦੀ ਕਿਰਪਾ ਨਾਲ ਇਹ ਭੇਦ ਸਮਝਿਆ ਹੈ। ਸਹਿਜ ਕਥਾ ਕਹਿ ਅੰਮ੍ਰਿਤ ਕੂਟਾ। ਆਤਮਕ ਅਡੋਲਤਾ ਤੇ ਸਿਰਫ ਸਲਾਹ, ਆਤਮਕ ਅਡੋਲਤਾ ਸਿਫਤ ਸਲਾਹ ਦੇ ਅੰਮ੍ਰਿਤ ਦੇ ਚਸ਼ਮਿਆਂ ਦਾ ਆਨੰਦ ਜਿਸੇ ਪ੍ਰਾਪਤ ਤਿਸ ਲੈ ਪੁੰਚਾ। ਰਹਾਓ। ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਮਾਣਦਾ ਹੈ ਜਿਸ ਮਨੁੱਖ ਦੇ ਭਾਗਾਂ ਵਿੱਚ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ। ਰਹਾਓ ਰੁਕ ਜਾਣਾ। ਅਨਹਤ ਬਾਣੀ ਥਾਨ ਨਿਰਾਲਾ। ਜਿੱਥੇ ਸਿਫਤ ਸਲਾਹ ਦੇ ਆਤਮਕ ਅਡੋਲਤਾ ਦੇ ਚਸ਼ਮੇ ਚੱਲ ਪੈਂਦੇ ਹਨ, ਉਹ ਹਿਰਦਾ ਥਾਂ ਇੱਕ ਰਸ ਸਿਫਤ ਸਲਾਹ ਦੀ ਬਾਣੀ ਦੀ ਬਰਕਤ ਨਾਲ ਅਨੋਖਾ ਸੁੰਦਰ ਹੋ ਜਾਂਦਾ ਹੈ। ਤਾਂ ਕਿ ਧੁਨ ਮੋਹੇ ਗੋਪਾਲਾ। ਉਸ ਦੀ ਜੁੜੀ ਸੁਰਤ ਉੱਤੇ ਪਰਮਾਤਮਾ ਵੀ ਮੋਹਿਆ ਜਾਂਦਾ ਹੈ, ਭਾਵ ਤਰੁੱਠਿਆ ਜਾਂਦਾ, ਉਸ ਨੂੰ ਪਰਮਾਤਮਾ ਵੀ ਪਿਆਰ ਕਰਦਾ ਹੈ। ਤਹਿ ਸਹਿਜ ਅਖਾਰੈ ਅਨੇਕ ਅਨੰਤਾ। ਜਿਸ ਸਿਫਤ ਸਲਾਹ ਦੇ ਚਸ਼ਮੇ ਜਾਰੀ ਹੁੰਦੇ ਹਨ, ਉੱਥੇ ਆਤਮਕ ਅਡੋਲਤਾ ਦੇ ਅਨੇਕਾਂ ਤੇ ਬੇਅੰਤ ਅਖਾੜੇ। ਪਾਰ ਬ੍ਰਹਮ ਕੇ ਸੰਗੀ ਸੰਤਾ। ਉਸ ਆਤਮਕ ਅਵਸਥਾ ਵਿੱਚ ਟਿਕੇ ਹੋਏ ਸੰਤ ਜਨ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਰਚੀ ਰੱਖਦੇ ਹਨ, ਭਾਵ ਉਸ ਸ਼ਬਦ ਨਾਲ ਜੁੜੇ ਰਹਿੰਦੇ ਹਨ। ਉਹ ਆਪ ਵੀ ਜਪਦੇ ਹਨ ਅਤੇ ਹੋਰਨਾਂ ਨੂੰ ਵੀ ਉਸ ਉਪਦੇਸ਼ 'ਤੇ ਲਾਉਂਦੇ ਹਨ, ਗੁਰੂ ਦੀ ਮੱਤ 'ਤੇ ਚਲਾਉਂਦੇ ਹਨ। ਹਰਖ ਅਨੰਤ ਸੋਗ ਨਹੀਂ ਬੀਆ।
ਉਸ ਅਵਸਥਾ ਵਿੱਚ ਬੇਅੰਤ ਖੁਸ਼ੀਆਂ ਹੀ ਖੁਸ਼ੀਆਂ ਬਣੀ ਰਹਿੰਦੀਆਂ ਹਨ। ਕਿਸੇ ਤਰ੍ਹਾਂ ਦਾ ਕੋਈ ਹੋਰ ਚਿੰਤਾ ਫਿਕਰ ਨਹੀਂ ਪਾਉਂਦਾ। ਸੋ ਕਰ ਗੁਰ ਨਾਨਕ ਕੋ ਦੀਆ। ਗੁਰੂ ਨੇ ਉਹ ਆਤਮਿਕ ਟਿਕਾਣਾ ਮੈਨੂੰ ਨਾਨਕ ਨੂੰ ਹੀ ਬਖਸ਼ਿਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਗੇ ਗੌੜੀ ਮਹੱਲਾ ਪੰਜਵਾਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ। ਕਵਣ ਰੂਪ ਤੇਰਾ ਅਰਾਧੋ। हे ਪ੍ਰਭੂ, ਜਗਤ ਦੇ ਸਾਰੇ ਜੀਵ ਤੇਰੇ ਹੀ ਰੂਪ ਹਨ ਤੇ ਤੇਰਾ ਕੋਈ ਵੀ ਖਾਸ ਰੂਪ ਨਹੀਂ। ਮੈਂ ਨਹੀਂ ਜਾਣਦਾ ਕਿ ਤੇਰਾ ਉਹ ਕਿਹੜਾ ਰੂਪ ਹੈ ਜਿਸ ਦਾ ਮੈਂ ਧਿਆਨ ਧਰਾਂ। ਇਹ ਸਾਰੇ ਰੂਪ ਹੀ ਤੇਰੇ ਹਨ ਗੁਰੂ ਸਾਹਿਬ ਜੀ। ਮੈਂ ਨਹੀਂ ਜਾਣਦਾ ਕਿ ਕਿਹੜੇ ਰੂਪ ਵਿੱਚ ਤੇਰਾ ਮੈਂ ਉਸ ਦਾ ਧਿਆਨ ਧਰਾਂ, ਤੇਰਾ ਧਿਆਨ ਧਰਾਂ। ਇਹ ਸਾਰੇ ਤੇਰੇ ਬਣਾਇਆ ਹੀ ਸੰਸਾਰ ਹੈ। ਕਵਣ ਜੋਗ ਕਾਇਆ ਲੈ ਸਾਧੋ। हे ਪ੍ਰਭੂ, ਮੈਨੂੰ ਸਮਝ ਨਹੀਂ ਕਿ ਯੋਗ ਦਾ ਕਿਹੜਾ ਸਾਧਨ ਹੈ ਜਿਸ ਨਾਲ ਮੈਂ ਆਪਣੇ ਸਰੀਰ ਨੂੰ ਵਸ ਵਿੱਚ ਲਿਆਵਾਂ ਤੇ ਤੈਨੂੰ ਪ੍ਰਸੰਨ ਕਰਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 187 ਅੰਗ 'ਤੇ ਜਾ। ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਕੀ ਸਮਝਾ ਰਹੇ ਨੇ। ਕਵਣ ਗੁਣ ਜੋ ਤੁਝ ਲੈ ਗਾਵੋ। हे ਪਾਰ ਬ੍ਰਹਮ ਪ੍ਰਭੂ, ਤੇਰੇ ਬੇਅੰਤ ਗੁਣ ਹਨ। ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਤੇਰੇ ਕਿਹੜੇ ਗੁਣ ਲੈ ਕੇ ਤੇਰੀ ਸਿਫਤ ਸਲਾਹ ਕਰਾਂ। ਕਵਣ ਬੋਲ ਪਾਰ ਬ੍ਰਹਮ ਰਿੰਝਾਵੋ। ਰਹਾਓ, ਤੇ ਕਿਹੜਾ ਬੋਲ ਬੋਲ ਕੇ ਮੈਂ ਤੈਨੂੰ ਪ੍ਰਸੰਨ ਕਰਾਂ। ਰਹਾਓ, ਰੁਕ ਜਾਣਾ। ਕਵਣ ਸੋ ਪੂਜਾ ਤੇਰੀ ਕਰੋ। हे ਪਾਰ ਬ੍ਰਹਮ, ਮੈਂ ਤੇਰੀ ਕਿਹੜੀ ਪੂਜਾ ਕਰਾਂ ਜਿਸ ਨਾਲ ਤੂੰ ਪ੍ਰਸੰਨ ਹੋ ਸਕੇ। ਪ੍ਰਸ਼ਨ ਕਰ ਰਹੇ ਨੇ ਗੁਰੂ ਸਾਹਿਬ ਜੀ। ਕਵਣ ਆਪਾਂ ਨੂੰ ਸਮਝਾਉਣ ਲਈ ਕਰ ਰਿਹਾ ਪ੍ਰਸ਼ਨ। ਕਵਣ ਸੋ ਬਿਦ ਜਿਤ ਪਵਜਲ ਤਰਿਓ। हे ਪ੍ਰਭੂ, ਉਹ ਕਿਹੜਾ ਤਰੀਕਾ ਹੈ ਜਿਸ ਦੇ ਰਾਹੀਂ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂ। ਇਹ ਵੀ ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ ਜੀ ਆਪਾਂ ਨੂੰ ਸਮਝਾਉਣ ਲਈ। ਕਵਣ ਤਪ ਜਿਤ ਤਪੀਐ ਹੋਏ। ਉਹ ਕਿਹੜਾ ਤਪ ਸਾਧਨ ਹੈ ਜਿਸ ਨਾਲ ਮਨੁੱਖ ਕਾਮਯਾਬ ਤਪਸਵੀ ਅਖਵਾ ਸਕਦਾ ਹੈ ਤੇ ਮੈਨੂੰ ਖੁਸ਼ ਕਰ ਸਕਦਾ ਹੈ। ਇਹ ਵੀ ਪ੍ਰਸ਼ਨ ਕਰ ਰਹੇ ਨੇ ਗੁਰੂ ਸਾਹਿਬ ਜੀ ਆਪਾਂ ਨੂੰ ਸਮਝਾਉਣ ਲਈ। ਕਵਣ ਸੋ ਨਾਮ ਹਉਮੈ ਮਲ ਖੋਏ। ਇਹ ਵੀ ਪ੍ਰਸ਼ਨ ਕਰ ਰਹੇ ਨੇ ਕਿ ਉਹ ਕਿਹੜਾ ਨਾਮ ਹੈ ਜਿਸ ਨਾਲ ਜਾਪ ਕਰਕੇ ਮਨੁੱਖ ਆਪਣੇ ਅੰਦਰੋਂ ਹਉਮੈ ਦੀ ਮੈਲ ਨੂੰ ਦੂਰ ਕਰ ਲਏ। ਭਾਵ ਆਪਣਾ ਮੈਂ ਮੇਰੀ ਖਤਮ ਕਰ ਲਵੇ, ਆਪਾ ਖਤਮ ਕਰ ਲਵੇ। ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ। हे ਨਾਨਕ, ਮਨੁੱਖ ਨਿਰੇ ਆਪਣੇ ਉਦਮ ਦੇ ਆਸਰੇ ਪ੍ਰਭੂ ਨੂੰ ਪ੍ਰਸੰਨ ਨਹੀਂ ਕਰ ਸਕਦਾ। ਉਸੇ ਮਨੁੱਖ ਦੇ ਗਾਏ ਹੋਏ ਗੁਣ, ਕੀਤੀ ਹੋਈ ਪੂਜਾ, ਗਿਆਨ ਤੇ ਜੋੜੀ ਹੋਈ ਸੁਰਤ ਆਦਿਕ ਦੀਆਂ ਸਾਰੀ ਮਿਹਨਤ ਸਫਲ ਹੁੰਦੀ ਹੈ। ਕਿਸ ਦੀ? ਜਿਸ ਕਰ ਕਿਰਪਾ ਸਤਿਗੁਰੂ ਮਿਲੇ ਦਿਆਲ। ਜਿਸ ਉੱਤੇ ਦਿਆਲ ਹੋ ਕੇ ਕਿਰਪਾ ਕਰਕੇ ਗੁਰੂ ਮਿਲਦਾ ਹੈ, ਜਿਸ ਨੂੰ ਗੁਰੂ ਨਦਰ ਕਰਦਾ ਹੈ, ਉਸ ਦੀ ਇਹ ਸਾਰੀ ਘਾਲ ਸਫਲ ਹੋ ਜਾਂਦੀ ਹੈ, ਸੇਵਾ ਸਫਲ ਹੋ ਜਾਂਦੀ ਹੈ। ਤਿੰਨ ਹੀ ਗੁਣ ਤਿੰਨ ਹੀ ਪ੍ਰਭ ਜਾਤਾ। ਉਸੇ ਦੇ ਹੀ ਕੀਤੀ ਹੋਈ ਸਿਫਤ ਸਲਾਹ ਪ੍ਰਵਾਨ ਹੈ। ਉਸੇ ਦੇ ਹੀ ਪ੍ਰਭੂ ਨਾਲ ਜਾਣ ਪਛਾਣ ਪਾਈ ਹੈ। ਜਿਸ ਦੀ ਮਾਨ ਲਿਓ ਸੁਖ ਦਾਤਾ। ਰਹਾਉ ਦੂਜਾ, ਜਿਸ ਨੂੰ ਗੁਰੂ ਮਿਲਿਆ ਹੈ ਤੇ ਜਿਸ ਦੀ ਅਰਦਾਸ ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਮੰਨ ਲੈਂਦਾ ਹੈ। ਰਹਾਉ ਦੂਜਾ, ਰੁਕ ਜਾਣਾ। ਗੌੜੀ ਮਹੱਲਾ ਪੰਜਵਾਂ। ਆਪਨ ਤਨ ਨਾਹੀ ਜਾਕੋ ਗਰਬਾ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਸਮਝਾ ਰਹੇ ਨੇ ਕਿ ਇਹ ਸਰੀਰ ਜਿਸ ਦਾ ਤੂੰ ਮਾਣ ਕਰਦਾ ਹੈ ਸਦਾ ਲਈ ਆਪਣਾ ਨਹੀਂ ਹੈ। ਆਪਨ ਨਹੀਂ ਕਾ ਕੋ ਲਪਟਾਇਓ। ਤੂੰ ਕਿਸ ਕਿਸ ਨਾਲ ਮੋਹ ਕਰ ਰਿਹਾ ਹੈ? ਪ੍ਰਸ਼ਨ ਕਰ ਰਹੇ ਨੇ ਗੁਰੂ ਸਾਹਿਬ ਆਪਾਂ ਨੂੰ ਸਮਝਾਉਣ ਲਈ। ਇਹਨਾਂ ਵਿੱਚੋਂ ਕੋਈ ਵੀ ਸਦਾ ਲਈ ਤੇਰਾ ਆਪਣਾ ਨਹੀਂ ਹੈ। ਆਪਨ ਨਾਲ ਸਤਿਗੁਰੂ ਤੇ ਪਾਇਓ। ਰਹਾਓ, ਆਪਣਾ ਨਾਮ ਸਤਿਗੁਰੂ ਤੇ ਪਾਇਓ। ਸਦਾ ਲਈ ਆਪਣਾ ਬਣੇ ਰਹਿਣ ਵਾਲਾ ਪਰਮਾਤਮਾ ਦਾ ਨਾਮ ਹੀ ਹੈ ਜੋ ਗੁਰੂ ਪਾਸੋਂ ਮਿਲਦਾ ਹੈ। ਰਹਾਓ, ਰੁਕ ਜਾਣਾ।
ਸੁੱਤ ਬਨਿੰਤਾ ਆਪਣ ਨਹੀਂ ਭਾਈ, ਪੁੱਤਰ ਇਸਤਰੀ ਭਰਾ ਇਹਨਾਂ ਵਿੱਚੋਂ ਕੋਈ ਆਪਣਾ ਨਹੀਂ ਹੈ। ਈਸ਼ਟ ਮੀਤ ਆਪ ਬਾਪ ਨਾ